ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਮਾਈ YouTube ਚੈਨਲ। ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਆਇਲਸ ਦਾ ਸਪੀਕਿੰਗ ਮੋਡਿਊਲ ਕਰਾਵਾਂਗੀ। ਨੋ ਡਾਊਟ ਆਇਲਸ ਕਰ ਰਹੇ ਬੱਚਿਆਂ ਨੂੰ ਜ਼ਿਆਦਾਤਰ ਦਿੱਕਤ ਰਾਈਟਿੰਗ ਅਤੇ ਸਪੀਕਿੰਗ ਮੋਡਿਊਲ ਵਿੱਚ ਆ ਰਹੀ ਹੈ। ਸੋ ਇੱਕ ਕੋਸ਼ਿਸ਼ ਹੈ ਜਿਸ ਨਾਲ ਮੇਬੀ ਮੈਂ ਤੁਹਾਡੀ ਇਹ ਪਰੇਸ਼ਾਨੀ ਦੂਰ ਕਰਾਂਗੀ। ਸੋ ਅੱਜ ਆਪਾਂ ਇੱਕ ਕਿਊ ਕਾਰਡ ਕਰਾਂਗੇ ਅਤੇ ਉਹਦੇ ਨਾਲ ਰਿਲੇਟਡ ਜੋ ਵੀ ਫੋਲੋ ਅਪ ਐਗਜ਼ਾਮੀਨਰ ਤੁਹਾਨੂੰ ਪੁੱਛ ਸਕਦਾ ਹੈ ਉਹ ਵੀ ਬਹੁਤ ਸਿੰਪਲ ਢੰਗ ਨਾਲ ਕਰਾਂਗੇ। ਚਲੋ ਕਿਊ ਕਾਰਡ ਸਟਾਰਟ ਕਰਦੇ ਹਾਂ। ਅੱਜ ਦਾ ਕਿਊ ਕਾਰਡ ਹੈ ਡਿਸਕ੍ਰਾਈਬ ਅ ਲੌਂਗ ਕਾਰ ਜਰਨੀ ਯੂ ਵੈਂਟ ਔਨ। ਜਾਂ ਐਗਜ਼ਾਮੀਨਰ ਐਵੇਂ ਹੀ ਪੁੱਛ ਸਕਦਾ ਹੈ ਅ ਲੌਂਗ ਕਾਰ ਜਰਨੀ ਯੂ ਰਿਮੈਂਬਰ ਵੈਲ। ਮੀਨਸ ਤੁਸੀਂ ਇੱਕ ਲੌਂਗ ਕਾਰ ਜਰਨੀ ਨੂੰ ਪੂਰੇ 2 ਮਿੰਟਸ ਦੇ ਵਿੱਚ ਐਕਸਪਲੇਨ ਕਰਨਾ ਹੈ, ਠੀਕ ਹੈ। ਤੇ ਉਹਦੇ ਵਿੱਚ ਕੀ ਚੀਜ਼ਾਂ ਤੁਸੀਂ ਦੱਸਣੀਆਂ ਹਨ। ਵੇਅਰ ਯੂ ਵੈਂਟ, ਤੁਸੀਂ ਕਿੱਥੇ ਗਏ ਸੀਗੇ। ਵਾਟ ਯੂ ਡਿਡ ਐਟ ਦੈਟ ਪਲੇਸ, ਕੀ ਕੀਤਾ ਸੀ ਤੁਸੀਂ ਜਦੋਂ ਉਸ ਲੌਂਗ ਕਾਰ ਜਰਨੀ ਤੇ ਗਏ ਸੀਗੇ। ਐਕਸਪਲੇਨ ਵਾਈ ਯੂ ਵੈਂਟ ਔਨ ਦੈਟ ਜਰਨੀ ਬਾਈ ਕਾਰ, ਤੁਸੀਂ ਕਾਰ ਲੈ ਕੇ ਹੀ ਕਿਉਂ ਗਏ ਸੀਗੇ, ਹੋਰ ਕੋਈ ਮੋਡ ਆਫ ਟ੍ਰਾਂਸਪੋਰਟ ਯੂਜ਼ ਕਿਉਂ ਨਹੀਂ ਕੀਤਾ ਤੁਸੀਂ। ਐਕਸਪਲੇਨ ਹਾਊ ਯੂ ਫੈਲਟ ਅਬਾਊਟ ਦ ਜਰਨੀ, ਤੇ ਐਂਡ ਦੇ ਵਿੱਚ ਤੁਸੀਂ ਦੱਸਣਾ ਹੈ ਕਿ ਹਾਂ ਜਿਹੜੀ ਤੁਸੀਂ ਲੌਂਗ ਕਾਰ ਜਰਨੀ ਤੇ ਗਏ ਸੀਗੇ ਉਸ ਬਾਰੇ ਤੁਹਾਨੂੰ ਕਿਵੇਂ ਦਾ ਫੀਲ ਹੋਇਆ। ਓਕੇ, ਸੋ ਕਿਊ ਕਾਰਡ ਸਟਾਰਟ ਕਰਨ ਤੋਂ ਪਹਿਲਾਂ ਇਹ ਕੁਝ ਵੋਕੈਬ ਦੇ ਵਰਡਸ ਨੇ ਜੋ ਮੈਂ ਇਸ ਕਿਊ ਕਾਰਡ ਦੇ ਵਿੱਚ ਯੂਜ਼ ਕੀਤੇ ਹੋਏ ਹਨ। ਚਲੋ ਇੱਕ ਵਾਰ ਇਹਨਾਂ ਨੂੰ ਪੜ੍ਹ ਲੈਂਦੇ ਆ ਤੇ ਤੁਹਾਡੇ ਲਈ ਕਿਊ ਕਾਰਡ ਨੂੰ ਸਮਝਣਾ ਫਿਰ ਸੌਖਾ ਹੋ ਜਾਊਗਾ। ਨੰਬਰ 1, ਹੈਕਟਿਕ ਸ਼ਡਿਊਲ। Hectic schedule means busy schedule. Stress buster activity. Stress buster activity means कोई भी activity ਜਿਹੜਾ ਆਪਣਾ stress reduce ਕਰਦੀ ਹੈ ਉਹਨੂੰ ਆਪਾਂ stress buster activity ਕਹਿੰਦੇ ਆ। bosom friend means best friend. Quality time means ਕੁਝ good time spend ਕਰਨਾ, ਚੰਗਾ ਸਮਾਂ ਬਤੀਤ ਕਰਨਾ। Scenic views, breathtaking views, picturesque views, ਇਹਨਾਂ ਸਭ ਦਾ ਮਤਲਬ ਹੁੰਦਾ ਹੈ beautiful views. Reside means ਰਹਿਣਾ, live. Renowned means famous ਜਾਂ ਫਿਰ popular. Spick and span means neat and clean, साफ सुथरा। Convenient मतलब कि suitable। Commute means travel करना। On cloud 9 means बहुत ज़्यादा खुश होना, very happy। Congenial ambience means friendly atmosphere, कोई ਵਧੀਆ atmosphere होना किसी जगह ਦਾ ਉਹਨੂੰ ਕਹਿੰਦੇ ਆ congenial ambience। Mesmerizing, mesmerizing ਹੁੰਦਾ ਵਧੀਆ, ਸ਼ਾਨਦਾਰ, ਮਨਮੋਹਕ, attractive ਕਹਿੰਦੇ ਆ ਉਸਨੂੰ। Miss the boat means miss the opportunity, ਮੌਕਾ ਗਵਾ ਦੇਣਾ। ਕੋਈ ਵੀ ਕਿਊ ਕਾਰਡ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਇੰਟਰੋ ਲਾਈਨ ਜ਼ਰੂਰ ਦੇਣੀ ਆ ਉਹਦੇ ਵਿੱਚ, ਠੀਕ ਹੈ। ਜਿਵੇਂ ਕਿ ਆਹ ਦਿੱਤੀ ਹੋਈ ਆ ਮੈਂ, ਵੈਲ ਟਰੈਵਲਿੰਗ ਟੂ ਡਿਫਰੈਂਟ ਪਲੇਸਿਸ ਬ੍ਰਿੰਗਸ ਗ੍ਰੇਟ ਪਲੇਜ਼ਰ। ਇਹ ਲਾਈਨ ਮੇਰੇ ਕਿਊ ਕਾਰਡ ਨਾਲ ਲਿੰਕ ਕਰ ਰਹੀ ਹੈ ਕਿਉਂਕਿ ਕਿਊ ਕਾਰਡ ਇੱਕ ਲੌਂਗ ਕਾਰ ਜਰਨੀ ਤੇ ਬੇਸਡ ਹੈ। Nowadays people are facing hectic schedule and too much stress, so I think traveling is a great stress buster activity. ਅੱਜ ਕੱਲ ਲੋਕ ਆਪਣੇ ਬਿਜ਼ੀ ਸ਼ਡਿਊਲ ਕਰਕੇ, ਹੈਕਟਿਕ ਸ਼ਡਿਊਲ ਕਰਕੇ ਕਾਫੀ ਜ਼ਿਆਦਾ ਸਟ੍ਰੈਸ ਫੇਸ ਕਰਦੇ ਨੇ। ਸੋ ਮੇਰੇ ਖਿਆਲ ਨਾਲ ਜੇ ਉਹ ਲੋਕ ਟਰੈਵਲਿੰਗ ਕਰਨਗੇ ਤਾਂ ਉਹਨਾਂ ਦਾ ਸਟ੍ਰੈਸ ਹੈ ਜੋ ਐਲੀਵੇਟ ਹੋਊਗਾ, ਰਿਡਿਊਸ ਹੋਊਗਾ। Today here I am going to talk about a long car journey which was very interesting for me. ਤੇ ਅੱਜ ਮੈਂ ਗੱਲ ਕਰਨ ਲੱਗੀ ਹਾਂ ਇੱਕ ਲੌਂਗ ਕਾਰ ਜਰਨੀ ਦੀ ਜੋ ਮੈਂ ਕੀਤੀ ਸੀ ਤੇ ਮੇਰੇ ਲਈ ਕਾਫੀ ਇੰਟਰਸਟਿੰਗ ਸੀਗੀ। Actually I went to Shimla, ਮੈਂ ਸ਼ਿਮਲਾ ਗਈ ਸੀ with my bosom friend, ਆਪਣੇ ਬੈਸਟ ਫਰੈਂਡ ਨਾਲ, to spend some quality time. Quality time means good time. We planned this journey for 5 days because we want to explore the beauty of nature by enjoying amazing scenic views. ਅਸੀਂ ਇਹ ਜਰਨੀ 5 ਦਿਨਾਂ ਲਈ ਪਲਾਨ ਕੀਤੀ ਸੀ ਤਾਂ ਕਿ ਅਸੀਂ ਨੇਚਰ ਨੂੰ ਇੰਜੋਏ ਕਰ ਸਕੀਏ, ਨੇਚਰ ਦੀ ਬਿਊਟੀ ਨੂੰ ਦੇਖ ਸਕੀਏ, ਠੀਕ ਹੈ, ਤੇ ਉੱਥੇ ਦੇ ਸੀਨਿਕ ਵਿਊਜ਼ ਨੂੰ ਵੀ ਦੇਖ ਸਕੀਏ। Moreover, we started this journey at approximately 5 AM in the morning. ਅਸੀਂ ਇਹ ਜਰਨੀ ਸਟਾਰਟ ਕੀਤੀ ਸੀਗੀ ਸਵੇਰੇ 5 ਵਜੇ ਦੇ ਕਰੀਬ and reached there within 5 hours, ਤੇ ਲਗਭਗ 5 ਘੰਟੇ ਦੇ ਕਰੀਬ ਅਸੀਂ ਉੱਥੇ ਪਹੁੰਚ ਗਏ ਸੀਗੇ। On the way, we enjoyed our journey by clicking pictures with picturesque views of mountains. ਜਦੋਂ ਅਸੀਂ ਰਸਤੇ 'ਚ ਜਾ ਰਹੇ ਸੀਗੇ ਤਾਂ ਅਸੀਂ ਉੱਥੇ ਮਾਊਂਟੇਨਸ ਦੇ ਜੋ ਕਿ ਵਧੀਆ ਨਜ਼ਾਰੇ ਦਿਖ ਰਹੇ ਸੀਗੇ ਉੱਥੋਂ ਉਹਨਾਂ ਨਾਲ ਆਪਣੀਆਂ ਪਿਕਸ ਕਲਿੱਕ ਕੀਤੀਆਂ। When we reached there, ਜਦੋਂ ਅਸੀਂ ਉੱਥੇ ਪਹੁੰਚ ਗਏ ਸੀ, we resided in a hotel, ਅਸੀਂ ਇੱਕ ਹੋਟਲ ਵਿੱਚ ਰੁਕੇ ਸੀਗੇ। The expenses of that hotel were very affordable and service was also very frequent. ਤੇ ਜਿਹੜੇ ਹੋਟਲ 'ਚ ਅਸੀਂ ਰੁਕੇ ਸੀਗੇ ਉੱਥੇ ਦੇ ਜੋ ਐਕਸਪੈਂਸਿਸ ਸੀਗੇ ਮੀਨਸ ਕੋਸਟ ਸੀਗੀ, ਉਹਨਾਂ ਦੇ ਖਰਚੇ ਸੀਗੇ ਉਹ ਕਾਫੀ ਅਫੋਰਡੇਬਲ ਸੀਗੇ, ਜਾਇਜ਼ ਸੀਗੇ, ਜਿਹਨੂੰ ਆਪਾਂ ਰੀਜ਼ਨੇਬਲ ਵੀ ਕਹਿ ਸਕਦੇ ਹਾਂ, ਤੇ ਉਹਨਾਂ ਦੀ ਸਰਵਿਸ ਵੀ ਕਾਫੀ ਵਧੀਆ ਸੀਗੀ। We booked a room from where we saw many breathtaking views. ਅਸੀਂ ਇੱਕ ਰੂਮ ਬੁੱਕ ਕੀਤਾ ਜਿੱਥੋਂ ਕਿ ਅਸੀਂ ਵਧੀਆ ਕੁਦਰਤ ਦੇ ਨਜ਼ਾਰੇ ਦੇਖ ਸਕਦੇ ਸੀ। Then in the evening we went to Mall Road and purchased
some unique things related to their culture. ਸੋ ਜਦੋਂ ਸ਼ਾਮ ਹੋਈ ਠੀਕ ਹੈ ਇਵਨਿੰਗ ਦੇ ਵਿੱਚ ਅਸੀਂ ਮਾਲ ਰੋਡ ਘੁੰਮਣ ਚਲੇ ਗਏ ਸੀਗੇ ਤੇ ਅਸੀਂ ਕੀ ਚੀਜ਼ਾਂ ਖਰੀਦੀਆਂ ਉੱਥੇ ਕੁਝ ਯੂਨੀਕ ਠੀਕ ਹੈ ਅਲੱਗ ਚੀਜ਼ਾਂ ਖਰੀਦੀਆਂ ਜੋ ਕਿ ਉੱਥੋਂ ਦੇ ਕਲਚਰ ਨੂੰ ਰਿਲੇਟ ਕਰਦੀਆਂ ਸੀਗੀਆਂ। ਨੈਕਸਟ ਡੇ ਇਨ ਦ ਮਾਰਨਿੰਗ we went to a renowned tourist spot. ਅਗਲੇ ਦਿਨ ਸਵੇਰੇ ਅਸੀਂ ਇੱਕ ਬਹੁਤ ਹੀ ਫੇਮਸ ਬਹੁਤ ਹੀ ਪਪੂਲਰ ਟੂਰਿਸਟ ਸਪੋਟ ਤੇ ਗਏ। That place is not only very spick and span but also very spacious. ਉਹ ਜਗ੍ਹਾ ਨਾ ਸਿਰਫ ਬਿਲਕੁਲ ਸਾਫ ਸੁਥਰੀ ਸੀ ਬਲਕਿ ਬੜੀ ਖੁੱਲੀ ਡੁੱਲੀ ਵੀ ਸੀਗੀ ਸਪੇਸ਼ੀਅਸ ਵੀ ਸੀਗੀ। Apart from this, I would like to say that we travel to this place by car because car is a very convenient way to commute from one place to another. ਤੇ ਅਸੀਂ ਕਾਰ ਲੈ ਕੇ ਕਿਉਂ ਗਏ ਸੀਗੇ ਉਸ ਜਗ੍ਹਾ ਤੇ ਕਿਉਂਕਿ ਕਾਰ ਇੱਕ ਬਹੁਤ ਹੀ ਕੰਫਰਟੇਬਲ ਵੇ ਹੈ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰੈਵਲ ਕਰਨ ਲਈ ਮੀਨਸ ਕਮਿਊਟ ਕਰਨ ਲਈ। We manage our all luggage in car and felt safe during our journey. ਅਸੀਂ ਆਪਣਾ ਸਾਰਾ ਸਮਾਨ ਕਾਰ ਦੇ ਵਿੱਚ ਮੈਨੇਜ ਕਰ ਲਿਆ ਠੀਕ ਹੈ ਤੇ ਅਸੀਂ ਆਪਣੀ ਜਰਨੀ ਟਾਈਮ ਕਾਫੀ ਸੇਫ ਫੀਲ ਕੀਤਾ ਸੀ। In addition to this, if I talk about my experience about this long car journey, then I would say that I felt on cloud 9 and enjoyed congenial ambience of that place. ਜੇ ਮੈਂ ਆਪਣੀ ਲੌਂਗ ਕਾਰ ਜਰਨੀ ਦੇ ਐਕਸਪੀਰੀਅੰਸ ਬਾਰੇ ਗੱਲ ਕਰਾਂ ਤਾਂ ਮੈਂ ਕਹਿਣਾ ਚਾਹਾਂਗੀ ਕਿ ਮੈਂ ਕਾਫੀ ਖੁਸ਼ ਸੀਗੀ ਉੱਥੇ ਜਾ ਕੇ ਤੇ ਉੱਥੇ ਦਾ ਜਿਹੜਾ ਕੰਜੀਨੀਅਲ ਐਂਬੀਐਂਸ ਸੀਗਾ ਵਧੀਆ ਮਾਹੌਲ ਸੀਗਾ ਉਸ ਜਗ੍ਹਾ ਦਾ ਉਹ ਕਾਫੀ ਵਧੀਆ ਲੱਗਿਆ ਮੈਨੂੰ। Eventually means finally, I want to say that I will never forget the mesmerizing views that I saw during my long car journey. ਮੈਂ ਜਿਹੜੇ ਉੱਥੇ ਵੀ ਕੁਦਰਤੀ ਨਜ਼ਾਰੇ ਦੇਖੇ ਠੀਕ ਹੈ ਉਹਨਾਂ ਨੂੰ ਮੈਂ ਕਦੇ ਵੀ ਨਹੀਂ ਭੁੱਲ ਸਕਾਂਗੀ। In future, if I will get the chance to go on a long journey, then I will never miss the boat. ਫਿਊਚਰ ਦੇ ਵਿੱਚ ਵੀ ਜੇ ਮੈਨੂੰ ਕਦੇ ਮੌਕਾ ਮਿਲਿਆ ਠੀਕ ਹੈ ਲੌਂਗ ਕਾਰ ਜਰਨੀ ਤੇ ਜਾਣ ਦਾ ਤਾਂ ਮੈਂ ਕਦੇ ਵੀ ਉਹ ਮੌਕਾ ਨਹੀਂ ਗਵਾਵਾਂਗੀ। ਸੋ ਹੁਣ ਕਿਊ ਕਾਰਡ ਤੋਂ ਬਾਅਦ ਆਪਾਂ ਕਰਾਂਗੇ ਫੋਲੋ ਅਪ ਕੁਐਸਚਨਸ। ਫੋਲੋ ਕੁਐਸਚਨਸ ਮੀਨਸ ਜੋ ਐਗਜ਼ਾਮੀਨਰ ਤੁਹਾਨੂੰ ਜਿਹੜਾ ਕਿਊ ਕਾਰਡ ਕੀਤਾ ਆਪਾਂ ਉਹਦੇ ਰਿਲੇਟਡ ਪੁੱਛ ਸਕਦਾ ਹੈ। ਕੁਐਸਚਨ ਨੰਬਰ 1, what will cars be like in the future? ਫਿਊਚਰ ਦੇ ਵਿੱਚ ਜੋ ਕਾਰਸ ਹੋਣਗੀਆਂ ਉਹਨਾਂ ਵਿੱਚ ਕੀ ਐਡਵਾਂਸਮੈਂਟ ਹੋਊਗੀ ਕਿਵੇਂ ਦੀਆਂ ਹੋਣਗੀਆਂ? ਆਨਸਰ ਇਜ਼ no doubt cars are very comfortable way to travel at distinct places. Distinct means different places. Cars will be great mode of transit in the upcoming future. ਜਿਹੜੀਆਂ ਕਾਰਾਂ ਹੋਣਗੀਆਂ ਉਹ ਫਿਊਚਰ ਦੇ ਵਿੱਚ ਕਾਫੀ ਵਧੀਆ ਮੋਡ ਆਫ ਟ੍ਰਾਂਸਿਟ ਹੋਣਗੀਆਂ ਮੀਨਸ ਵਧੀਆ ਟਰਾਂਸਪੋਰਟ ਦਾ ਸਾਧਨ ਹੋਣਗੀਆਂ because there is great advancement in technology. ਕਿਉਂਕਿ ਜਿਹੜੀ ਟੈਕਨੋਲੋਜੀ ਆਪਣੀ ਉਹ ਕਾਫੀ ਐਡਵਾਂਸ ਹੋ ਚੁੱਕੀ ਹੈ ਦਿਨ ਪ੍ਰਤੀ ਦਿਨ ਉਹ ਐਡਵਾਂਸ ਹੁੰਦੀ ਜਾ ਰਹੀ ਹੈ। ਫਰਦਰ ਡਿਵੈਲਪਮੈਂਟਸ ਵਿਲ ਪ੍ਰੋਵਾਈਡ ਮੋਰ ਸੇਫਟੀ ਐਂਡ ਕਨੈਕਟੀਵਿਟੀ। ਜਿਹੜੀ ਅੱਗੇ ਡਿਵੈਲਪਮੈਂਟਸ ਹੁੰਦੀਆਂ ਜਾਣਗੀਆਂ ਠੀਕ ਹੈ ਜਿਹੜੀ ਟੈਕਨੋਲੋਜੀ ਅੱਗੇ ਆਉਂਦੀ ਜਾਊਗੀ ਉਹ ਜ਼ਿਆਦਾ ਸੇਫਟੀ ਵੀ ਪ੍ਰੋਵਾਈਡ ਕਰੂਗੀ ਆਪਾਂ ਨੂੰ ਤੇ ਕਨੈਕਟੀਵਿਟੀ ਵੀ ਪ੍ਰੋਵਾਈਡ ਕਰੂਗੀ। ਕਨੈਕਟੀਵਿਟੀ ਮੀਨਸ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਆਸਾਨ ਹੋ ਜਾਊਗਾ। ਇਨ ਫਿਊਚਰ ਕਾਰਸ ਵਿਲ ਰਨ ਔਨ CNG ਗੈਸਿਸ ਐਂਡ ਇਲੈਕਟ੍ਰਿਕ ਪਾਵਰ। ਫਿਊਚਰ ਦੇ ਵਿੱਚ CNG ਗੈਸਿਸ ਤੇ ਚੱਲਣਗੀਆਂ ਕਾਰਸ ਮੀਨਸ ਕੰਪਰੈਸਡ ਨੈਚੁਰਲ ਗੈਸ ਇਹ ਇਲੈਕਟ੍ਰੀਕਲ ਪਾਵਰ ਉੱਤੇ ਚੱਲਣਗੀਆਂ। ਸੋ देयर विल बी ਹਿਊਜ ਚੇਂਜ। ਇਸ ਕਰਕੇ ਫਿਊਚਰ ਦੇ ਵਿੱਚ ਕਾਫੀ ਚੇਂਜ ਆ ਜਾਊਗਾ ਕਾਰਸ ਨੂੰ ਯੂਜ਼ ਕਰਨ 'ਚ। ਨੈਕਸਟ ਕੁਐਸਚਨ, ਵਾਟਸ ਦ ਡਿਫਰੈਂਸ ਬਿਟਵੀਨ ਮੈਨਸ and women's preference on cars? It means ਕਿ ਮੇਲ ਤੇ ਫੀਮੇਲਸ ਜੋ ਹਨ ਉਹ ਕਿਵੇਂ ਦੀਆਂ ਕਾਰਸ ਨੂੰ ਪ੍ਰੈਫਰੈਂਸ ਦਿੰਦੇ ਹਨ ਕਿਵੇਂ ਦੀਆਂ ਕਾਰਸ ਨੂੰ ਯੂਜ਼ ਕਰਨਾ ਪਸੰਦ ਕਰਦੇ ਹਨ? ਆਨਸਰ ਇਜ਼ well, I don't think that there is any major difference, but it can be said that men will show greater interest in sports cars and luxury cars. ਇਹ ਕਿਹਾ ਜਾ ਸਕਦਾ ਹੈ ਕਿ ਕੋਈ ਖਾਸ ਡਿਫਰੈਂਸ ਨਹੀਂ ਹੈਗਾ ਉਹਨਾਂ ਦੀ ਕਾਰਸ ਨੂੰ ਲੈ ਕੇ ਹਨਾ ਪ੍ਰੈਫਰੈਂਸ ਨੂੰ ਲੈ ਕੇ ਬਟ ਇਹ ਕਿਹਾ ਜਾ ਸਕਦਾ ਹੈ ਕਿ ਜਿਹੜੇ ਪਰ ਮੇਲ ਨੇ ਠੀਕ ਹੈ ਉਹ ਜ਼ਿਆਦਾ ਇੰਟਰਸਟ ਸ਼ੋ ਕਰਨਗੇ ਆਪਣਾ ਸਪੋਰਟਸ ਕਾਰ ਨੂੰ ਤੇ ਜਿਹੜੀ ਲਗਜ਼ਰੀ ਕਾਰਸ ਹੋਣਗੀਆਂ ਹਨਾ ਉਹਨਾਂ ਨੂੰ ਬਾਈ ਕਰਨ 'ਚ। ਔਨ ਦੀ ਅਦਰ ਹੈਂਡ women preference may be related to comfort, convenience and safety. ਜਿਹੜੀ ਵਿਮਨਸ ਨੇ ਠੀਕ ਹੈ ਉਹ ਪ੍ਰੈਫਰ ਕਰਨਗੀਆਂ ਕਿ ਉਹ ਥੋੜਾ ਕੰਫਰਟੇਬਲ ਕਾਰ ਬਾਈ ਕਰਨ ਠੀਕ ਹੈ ਤੇ ਜਿਹਦੇ ਵਿੱਚ ਜ਼ਿਆਦਾ ਸੇਫਟੀ ਹੋਵੇ। ਨੈਕਸਟ ਕੁਐਸਚਨ ਇਜ਼ what is the difference between bicycles and private cars? ਬਾਈਸਾਈਕਲਸ ਅਤੇ ਪ੍ਰਾਈਵੇਟ ਕਾਰਸ ਦੇ ਵਿੱਚ ਕੀ ਅੰਤਰ ਹੈ? ਬਾਈਸਾਈਕਲਸ ਐਂਡ ਪ੍ਰਾਈਵੇਟ ਕਾਰਸ ਆਰ ਟੂ ਡਿਫਰੈਂਟ ਮੋਡਸ ਆਫ ਟਰਾਂਸਪੋਰਟੇਸ਼ਨ। ਇਹ ਦੋਨੋਂ ਆਪਣੇ ਟਰਾਂਸਪੋਰਟੇਸ਼ਨ ਦੇ ਅਲੱਗ-ਅਲੱਗ ਮੋਡਸ ਨੇ ਠੀਕ ਹੈ। ਬਾਈਸਾਈਕਲ ਨਾਲ ਵੀ ਟਰੈਵਲਿੰਗ ਕੀਤੀ ਜਾਂਦੀ ਹੈ ਤੇ ਪ੍ਰਾਈਵੇਟ ਕਾਰਸ ਨਾਲ ਵੀ ਟਰੈਵਲ ਕੀਤਾ ਜਾਂਦਾ ਹੈ। ਬਾਈਸਾਈਕਲਸ ਰਨ ਔਨ ਹਿਊਮਨ ਪਾਵਰ। ਬਾਈਸਾਈਕਲਸ ਹਿਊਮਨ ਪਾਵਰ ਤੇ ਚੱਲਦੇ ਨੇ ਠੀਕ ਹੈ ਮੀਨਸ ਹਿਊਮਨ ਚਲਾਉਂਦਾ ਉਹਨਾਂ ਨੂੰ। However, private cars have big engines to run. But ਜਿਹੜੀਆਂ ਕਾਰਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਇੰਜਨ ਲੱਗੇ ਹੁੰਦੇ ਆ ਜਿਹਦੇ ਨਾਲ ਕਿ ਉਹ ਚੱਲਦੀਆਂ ਨੇ। One cardinal difference is that
ਕਾਰਡੀਨਲ ਮੀਨਸ ਮੇਜਰ, ਠੀਕ ਹੈ। ਇੱਕ ਖਾਸ ਡਿਫਰੈਂਸ ਕੀ ਹੈ, ਉਹ ਇਹ ਹੈ ਕਿ ਬਾਈਸਾਈਕਲਸ ਡੂ ਨਾਟ ਐਮਿਟ ਟੌਕਸਿਕ ਗੈਸਿਸ, ਠੀਕ ਹੈ। ਜਿਹੜੇ ਬਾਈਸਾਈਕਲਸ ਨੇ ਉਹ ਧੂਆਂ ਨਹੀਂ ਕੱਢਦੇ, ਜ਼ਹਿਰੀਲੀਆਂ ਹਵਾ ਨਹੀਂ ਕੱਢਦੇ ਹੈਗੇ, ਠੀਕ ਹੈ, ਗੈਸਿਸ ਨਹੀਂ ਕੱਢਦੇ ਹੈਗੇ। while private cars produce huge amount of pollution and negatively affect our environment, ਪਰ ਜਿਹੜੀਆਂ ਕਾਰਸ ਨੇ, ਠੀਕ ਹੈ, ਉਹ ਪੋਲਿਊਸ਼ਨ ਕ੍ਰੀਏਟ ਕਰਦੀਆਂ ਨੇ ਤੇ ਆਪਣੇ এনवायरमेंट ਨੂੰ ਅਫੈਕਟ ਕਰਦੀਆਂ ਨੇ, ਮੀਨਸ ਅਸਰ ਕਰਦੀਆਂ ਨੇ। ਸੋ ਇਹ ਹੋ ਗਿਆ ਤੁਹਾਡਾ ਕੁਐਸਚਨ ਨੰਬਰ 3rd। ਕੁਐਸਚਨ ਨੰਬਰ 4, why do people like to have private cars? ਲੋਕ ਪ੍ਰਾਈਵੇਟ ਕਾਰਸ ਨੂੰ ਹੀ ਕਿਉਂ ਪ੍ਰੈਫਰ ਕਰਦੇ ਹੈ ਕਿ ਅਸੀਂ ਪ੍ਰਾਈਵੇਟ ਕਾਰਸ ਤੇ ਹੀ ਜਾਣਾ ਹੈ ਕਿਤੇ? People prefer to buy private cars owing to a myriad of reasons. ਲੋਕ ਪ੍ਰਾਈਵੇਟ ਕਾਰਾਂ ਪ੍ਰੈਫਰ ਕਰਦੇ ਨੇ ਕਈ ਕਾਰਨਾਂ ਕਰਕੇ। A myriad of means a lot of reasons. They feel that private cars are more convenient and flexible to use. ਲੋਕਾਂ ਨੂੰ ਇਹ ਲੱਗਦਾ ਹੈ ਕਿ ਜੇ ਉਹ ਆਪਣੀ ਕਾਰ ਖੁਦ ਦੀ ਕਾਰ ਤੇ ਜਾਣਗੇ ਤਾਂ ਕਾਫੀ ਕੰਫਰਟੇਬਲ ਜਾਣਗੇ, ਠੀਕ ਹੈ, ਤੇ ਕਾਫੀ ਫਲੈਕਸੀਬਲ ਹੈ ਉਹਨਾਂ ਨੇ ਯੂਜ਼ ਕਰਨਾ। Individuals do not want to rely on public modes of transport. ਲੋਕ ਹੈ ਜਿਹੜੇ ਉਹ ਨਹੀਂ ਡਿਪੈਂਡ ਹੋਣਾ ਚਾਹੁੰਦੇ ਹੈਗੇ ਪਬਲਿਕ ਮੋਡਸ ਆਫ ਟਰਾਂਸਪੋਰਟ ਤੇ, ਠੀਕ ਹੈ। ਜੋ ਆਪਣੀ ਸਰਕਾਰਾਂ ਵੱਲੋਂ ਪਬਲਿਕ ਮੋਡਸ ਆਫ ਟਰਾਂਸਪੋਰਟ ਚਲਾਏ ਜਾਂਦੇ ਆ ਉਹਨਾਂ ਤੇ ਡਿਪੈਂਡ ਉਹ ਨਹੀਂ ਹੋਣਾ ਚਾਹੁੰਦੇ। ਰਿਲਾਈ ਮੀਨਸ ਡਿਪੈਂਡ, ਬਿਕੋਜ਼ देयर ਸਰਵਿਸ ਇਜ਼ ਨਾਟ ਫ੍ਰੀਕੁਐਂਟ ਐਂਡ ਰੈਗੂਲਰ, ਠੀਕ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਸਰਕਾਰਾਂ ਵੱਲੋਂ ਪ੍ਰੋਵਾਈਡ ਕੀਤੀ ਗਈ ਹੈ ਟਰਾਂਸਪੋਰਟੇਸ਼ਨ ਉਹ ਇੰਨੀ ਰੈਗੂਲਰ ਨਹੀਂ ਹੈਗੀ, ਉਹਦੀ ਸਰਵਿਸ ਵਧੀਆ ਨਹੀਂ ਹੈਗੀ। ਸੋ ਮੋਸਟ ਆਫ ਦ ਟਾਈਮ ਪੀਪਲ ਲਾਈਕ ਟੂ ਯੂਜ਼ देयर ਓਨ ਪ੍ਰਾਈਵੇਟ ਵਹੀਕਲਸ। ਸੋ ਜ਼ਿਆਦਾਤਰ ਲੋਕ ਆਪਣੇ ਹੀ ਪ੍ਰਾਈਵੇਟ ਵਹੀਕਲਸ ਨੂੰ ਯੂਜ਼ ਕਰਨਾ ਪ੍ਰੈਫਰ ਕਰਦੇ ਨੇ। Question number 5, is it a good thing that everyone has his or her own cars? ਕੀ ਇਹ ਵਧੀਆ ਗੱਲ ਹੈ ਕਿ ਹਰ ਇੱਕ ਕੋਲ ਆਪਣੀ ਆਪਣੀ ਕਾਰ ਹੋਵੇ? ਇਸ ਦਾ ਆਨਸਰ ਹੋਊਗਾ actually I don't think that it is a good trend. ਮੈਨੂੰ ਨਹੀਂ ਲੱਗਦਾ ਕਿ ਇੱਕ ਵਧੀਆ ਗੱਲ ਹੈ, ਵਧੀਆ ਟ੍ਰੈਂਡ ਹੈ। because if everyone will use their own vehicles, ਜੇ ਹਰ ਕੋਈ ਆਪਣਾ ਆਪਣਾ ਵਹੀਕਲ ਯੂਜ਼ ਕਰੂਗਾ then ਫਿਰ ਕੀ ਹੋਊਗਾ, it will lead to environmental issues. ਇਸ ਨਾਲ ਆਪਣਾ environment affect ਹੋਊਗਾ, ਜਿਵੇਂ ਕਿ air pollution create ਕਰੇਗੀ ਆ ਚੀਜ਼, green house gas emission ਹੋਊਗਾ। apart from this trend will not only cause traffic congestion, ਇਸ ਨਾਲ ਨਾ ਸਿਰਫ ਟ੍ਰੈਫਿਕ ਵਧੂਗੀ but also lead to depletion of natural resources. ਇਹਦੇ ਨਾਲ ਆਪਣੇ natural resources ਦੀ ਵੀ depletion ਹੋਏਗੀ, means ਉਹ ਵੀ ਘਟਣਗੇ, reduce ਹੋਣਗੇ। okay, thus there are umpteen drawbacks of this approach. ਇਸ ਕਰਕੇ ਇਸ approach ਦੇ ਕਾਫੀ drawbacks ਨੇ। umpteen means a lot of. question number 6, how to buy private cars in India? ਇੰਡੀਆ ਦੇ ਵਿੱਚ ਪ੍ਰਾਈਵੇਟ ਕਾਰਸ ਨੂੰ ਕਿਵੇਂ ਪਰਚੇਸ ਕੀਤਾ ਜਾ ਸਕਦਾ ਹੈ? in recent times, ਅੱਜ ਕੱਲ it became easy to buy a car in India. ਕਾਫੀ easy ਹੈ ਕਾਰ ਨੂੰ ਪਰਚੇਸ ਕਰਨਾ। you can either go to showroom or can order your car online. ਜਾਂ ਤਾਂ ਤੁਸੀਂ ਸ਼ੋਰੂਮ ਵੀ ਜਾ ਸਕਦੇ ਹੋ, ਸ਼ੋਰੂਮ ਦੇ ਵਿੱਚ ਵੀ ਜਾ ਕੇ ਲੈ ਸਕਦੇ ਹੋ, ਜਾਂ ਫਿਰ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਕਾਰ ਨੂੰ। people buy car on cash or EMI options also available at very affordable interest rates. ਤੇ ਕਾਫੀ ਜ਼ਿਆਦਾ ਆਪਸ਼ਨਸ ਹੁੰਦੀਆਂ ਨੇ, ਠੀਕ ਹੈ, ਜਿਨ੍ਹਾਂ ਦੇ ਥਰੂ ਇੱਕ ਪਰਸਨ ਹੈ ਜੋ ਉਹ ਕਾਰ ਖਰੀਦ ਸਕਦਾ ਹੈ ਤੇ ਅਫੋਰਡੇਬਲ ਰੇਟਸ ਤੇ। ਅਫੋਰਡੇਬਲ ਰੇਟਸ ਹੁੰਦੇ ਆ ਜਾਇਜ਼ ਰੇਟ, ਠੀਕ ਹੈ, ਮੀਨਸ ਰੀਜ਼ਨੇਬਲ। question number 7, what benefits does public transport bring to the world? answer, I would say that public transport provides us a myriad of benefits. again, a myriad of means a lot of benefits, such as it reduces traffic congestion and decline the level of pollution. ਹੁਣ ਜੇ ਪਬਲਿਕ ਟਰਾਂਸਪੋਰਟ ਯੂਜ਼ ਕਰਾਂਗੇ ਆਪਾਂ ਪ੍ਰਾਈਵੇਟ ਵਹੀਕਲ ਦੀ ਜਗ੍ਹਾ ਤਾਂ ਉਹਦੇ ਨਾਲ ਕੀ ਹੋਊਗਾ, ਇੱਕ ਤਾਂ ਟ੍ਰੈਫਿਕ ਕੰਜੈਸ਼ਨ ਡਿਕਰੀਜ਼ ਹੋਏਗੀ। ਟ੍ਰੈਫਿਕ ਕੰਜੈਸ਼ਨ ਮੀਨਸ ਟ੍ਰੈਫਿਕ ਘਟੂਗੀ, ਟ੍ਰੈਫਿਕ ਜਾਮ ਨਹੀਂ ਲੱਗਣਗੇ। ਤੇ ਦੂਜੇ ਪਾਸੇ ਡਿਕਲਾਈਨ ਹੋਏਗਾ ਪੋਲਿਊਸ਼ਨ, ਮੀਨਸ ਰਿਡਿਊਸ ਹੋਏਗਾ ਪੋਲਿਊਸ਼ਨ ਲੈਵਲ। ਐਡੀਸ਼ਨਲੀ ਪਬਲਿਕ ਟਰਾਂਸਪੋਰਟ ਮੋਡਸ ਆਰ ਮੋਰ ਸੇਫ ਐਂਡ ਅਫੋਰਡੇਬਲ। ਉਹ ਜ਼ਿਆਦਾ ਅਫੋਰਡੇਬਲ ਵੀ ਹੁੰਦੇ ਨੇ, ਠੀਕ ਹੈ, ਜਿਹੜੇ ਰੇਟ ਹੁੰਦੇ ਨੇ, ਫੇਅਰਸ ਹੁੰਦੇ ਨੇ, ਬੜੇ ਜਾਇਜ਼ ਹੁੰਦੇ ਆ ਪਬਲਿਕ ਟਰਾਂਸਪੋਰਟ ਮੋਡਸ ਤੇ। ਨੈਕਸਟ question number 8, is it too late for people to get their driver's license at the age of 18? question ਕਹਿੰਦਾ ਹੈ ਕਿ 18 ਸਾਲ ਦੀ ਉਮਰ ਵਿੱਚ ਡਰਾਈਵਰਸ ਲਾਇਸੈਂਸ ਮਿਲਦਾ, ਕੀ ਆਹ ਉਮਰ ਲੇਟ ਹੈ ਡਰਾਈਵਰ ਲਾਇਸੈਂਸ ਲਈ? ਸੋ ਆਨਸਰ ਇਜ਼ no, it is not too late. ਇੰਨੀ ਜ਼ਿਆਦਾ ਲੇਟ ਨਹੀਂ ਹੈਗੀ ਆਹ ਏਜ, because minimum age to get driver's license is 18 years in most of the countries. 18 ਸਾਲ ਹੀ ਹੁੰਦੀ ਹੈ ਕਿਉਂਕਿ 18 ਸਾਲ ਜਾ ਕੇ ਥੋੜਾ ਮੈਚੁਰਿਟੀ ਲੈਵਲ ਆ ਜਾਂਦਾ ਇੱਕ ਪਰਸਨ ਦੇ ਵਿੱਚ। at this age written and practical driving tests are taken to ensure that they are safe drivers.
ਇਸ ਏਜ ਦੇ ਵਿੱਚ ਰਿਟਨ ਤੇ ਪ੍ਰੈਕਟੀਕਲ ਡਰਾਈਵਿੰਗ ਟੈਸਟ ਹੁੰਦੇ ਆ ਇਸ ਸ਼ੋਰਿਟੀ ਦੇ ਵਿੱਚ ਕਿ ਜੋ ਪਰਸਨ ਡਰਾਈਵਿੰਗ ਟੈਸਟ ਦੇ ਰਿਹਾ ਹੈ ਉਹ ਸੇਫ ਡਰਾਈਵਰ ਹੈ ਵੀ ਹੈ ਜਾਂ ਨਹੀਂ ਹੈ। ਸੋ ਆਈ ਬਿਲੀਵ ਦੈਟ ਇਟ ਇਜ਼ ਵੈਰੀ ਐਪਰੋਪ੍ਰੀਏਟ ਰੂਲ ਰਿਗਾਰਡਿੰਗ ਡਰਾਈਵਿੰਗ। ਸੋ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਵਧੀਆ ਤੇ ਸ਼ਾਨਦਾਰ ਰੂਲ ਹੈ ਡਰਾਈਵਿੰਗ ਲਈ। ਕੁਐਸਚਨ ਨੰਬਰ 9, what qualities does a driver need to have? ਕੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ ਇੱਕ ਡਰਾਈਵਰ 'ਚ, ਕੀ ਖੂਬੀਆਂ ਹੋਣੀਆਂ ਚਾਹੀਦੀਆਂ ਨੇ। ਡਰਾਈਵਿੰਗ ਇਜ਼ ਵੈਰੀ ਇੰਪੈਰੇਟਿਵ ਸਕਿੱਲ। Imperative means important skill. There should be several qualities in a driver. काफी qualities होनियां चाहिए ने driver विच। A good driver should have good judgment and decision making power. एक वधिया driver दे विच judgment skills होनियां चाहिए ने, ठीक है, ते उहदे विच क्योंकि decision making power होनी चाहिए है, ठीक है, कि किस time की action लेना है। Driver should be responsible and aware of traffic congestion, ठीक है, ओनू responsibility होनी चाहिए है कि हाँ वो driving कर रहा है ਤੇ ਉਹਨੂੰ ਟ੍ਰੈਫਿਕ ਕੰਜੈਸ਼ਨ ਬਾਰੇ ਵੀ ਨੌਲੇਜ ਹੋਣੀ ਚਾਹੀਦੀ ਆ ਕਿ ਲਾਈਕ ਟ੍ਰੈਫਿਕ ਜਾਮ ਹੋਵੇ ਹਨਾ ਤਾਂ ਕਿਸ ਤਰੀਕੇ ਨਾਲ ਗੱਡੀ ਚਲਾਣੀ ਹੈ ਤੇ ਕਿਵੇਂ ਉਸ ਸਿਚੁਏਸ਼ਨ ਨੂੰ ਕਵਰ ਕਰਨਾ ਹੈ। ਮੋਰਓਵਰ ਦ ਡਰਾਈਵਰ ਸ਼ੁੱਡ ਰਿਸਪੈਕਟ ਟ੍ਰੈਫਿਕ ਰੂਲਸ ਐਂਡ ਰੈਗੂਲੇਸ਼ਨਸ। ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਰੂਲਸ ਤੇ ਰੈਗੂਲੇਸ਼ਨਸ ਨੂੰ ਫੋਲੋ ਕਰਨਾ ਆਉਣਾ ਚਾਹੀਦਾ ਹੈ ਉਸਨੂੰ। ਸੋ ਥੀਸ ਆਰ ਦ ਕੁਆਲਿਟੀਜ਼ ਆਫ ਅ ਗੁੱਡ ਡਰਾਈਵਰ। ਕੁਐਸਚਨ ਨੰਬਰ 10, do you think the government should make it a rule for people to use public transport? ਕੀ ਸਰਕਾਰ ਨੂੰ ਰੂਲ ਬਣਾਉਣਾ ਚਾਹੀਦਾ ਹੈ ਕਿ ਸਿਰਫ ਪਬਲਿਕ ਮੋਡ ਆਫ ਟਰਾਂਸਪੋਰਟ ਹੀ ਯੂਜ਼ ਕਰਨੇ ਹਨ? ਤੁਹਾਨੂੰ ਕੀ ਲੱਗਦਾ ਹੈ? ਆਨਸਰ, ਵੈਲ ਆਈ ਥਿੰਕ ਇਟ ਸ਼ੁੱਡ ਡਿਪੈਂਡ ਔਨ ਇੰਡੀਵਿਜੂਅਲਸ ਪਰਸਨਲ ਚੁਆਇਸ। ਮੈਨੂੰ ਇਹ ਲੱਗਦਾ ਹੈ ਕਿ ਨਹੀਂ, ਕੋਈ ਰੂਲ ਨਹੀਂ ਬਣਨਾ ਚਾਹੀਦਾ ਹੈਗਾ, ਇਹ ਕਿਸੇ ਬੰਦੇ ਦੀ ਆਪਣੀ ਚੁਆਇਸ ਹੋਣੀ ਚਾਹੀਦੀ ਹੈ ਕਿ ਉਹਨੂੰ ਪਬਲਿਕ ਮੋਡ ਆਫ ਟਰਾਂਸਪੋਰਟ ਯੂਜ਼ ਕਰਨਾ ਹੈ ਜਾਂ ਪ੍ਰਾਈਵੇਟ ਮੋਡ ਯੂਜ਼ ਕਰਨਾ ਹੈ, whether they want to use a public mode or a private mode of transportation. But authorities should make people aware about bad consequences of increasing pollution in the world. Authorities ਨੂੰ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ, ਮੀਨਸ ਜਾਗਰੂਕ ਕਰਨਾ ਚਾਹੀਦਾ ਹੈ ਕਿ ਜੇ ਉਹ ਆਪਣਾ ਪ੍ਰਾਈਵੇਟ ਮੋਡ ਆਫ ਟਰਾਂਸਪੋਰਟ ਯੂਜ਼ ਕਰਨਗੇ ਤਾਂ ਉਹਦੇ ਕਿੰਨੇ ਬੁਰੇ ਨਤੀਜੇ ਹੋ ਸਕਦੇ ਹਨ, ਜਿਵੇਂ ਕਿ ਪੋਲਿਊਸ਼ਨ ਇੰਕਰੀਜ਼ ਹੋ ਸਕਦਾ ਹੈ due to excess use of private vehicles. So I reckon that, reckon means think, I reckon that there should be awareness instead of making any strict rules. Question number 11, which jobs require people to be good at driving? ਕਿਹੜੀ jobs ਦੇ ਵਿੱਚ good driving skills ਹੋਣੀਆਂ ਚਾਹੀਦੀਆਂ ਹਨ? Answer, driving jobs include bus drivers, truck drivers, taxi drivers, delivery drivers and so on. ਹੁਣ ਡਰਾਈਵਿੰਗ ਜੌਬਸ ਦੇ ਵਿੱਚ ਬੱਸ ਡਰਾਈਵਰ ਹੁੰਦੇ ਨੇ, ਟਰੱਕ ਡਰਾਈਵਰ, ਟੈਕਸੀ, ਡਿਲੀਵਰੀ ਡਰਾਈਵਰਸ। So I think in these types of jobs adequate driving skills are very essential. So ਐਵੇਂ ਦੀ ਡਰਾਈਵਿੰਗ ਜੌਬਸ ਦੇ ਵਿੱਚ ਪ੍ਰੋਪਰ ਡਰਾਈਵਿੰਗ ਸਕਿੱਲਸ ਹੋਣੀਆਂ ਬਹੁਤ ਜ਼ਰੂਰੀ ਹਨ। Adequate means good enough, means ਵਧੀਆ ਹੋਣੀਆਂ ਚਾਹੀਦੀਆਂ ਨੇ ਡਰਾਈਵਿੰਗ ਸਕਿੱਲਸ। Okay, last question, question number 12, do you see driverless cars as the future of cars? ਕੀ ਤੁਸੀਂ ਬਿਨਾਂ ਡਰਾਈਵਰ ਵਾਲੀ ਕਾਰਾਂ ਦੇ ਫਿਊਚਰ ਵਜੋਂ ਦੇਖਦੇ ਹੋ? Answer is no, I don't see driverless cars as a future of the cars. ਮੈਨੂੰ ਨਹੀਂ ਲੱਗਦਾ, ਠੀਕ ਹੈ, because if in future driverless cars came into existence, ਜੇ driverless cars ਆਉਂਦੀਆਂ ਨੇ ਫਿਊਚਰ ਦੇ ਵਿੱਚ, ਹੋਂਦ ਵਿੱਚ ਆਉਂਦੀਆਂ ਨੇ, then ਫਿਰ ਕੀ ਹੋਊਗਾ? The drivers will not exist. drivers ਦੀ ਜ਼ਰੂਰਤ ਨਹੀਂ ਹੋਏਗੀ and huge number of people will become unemployed. ਤੇ ਕੀ ਹੋਏਗੀ? ਬੇਰੁਜ਼ਗਾਰੀ ਨੂੰ ਫੇਸ ਕਰਨਾ ਪਏਗਾ ਫਿਰ। ਸੋ ਇਹ ਸੀ ਆਪਣਾ ਕਿਊ ਕਾਰਡ। ਹੋਪਫੁਲੀ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਤੇ ਨੈਕਸਟ ਵੀਡੀਓ ਵਿੱਚ ਆਪਾਂ ਨਿਯਮਨਾਮਾ ਕਿਊ ਕਾਰਡ ਕਰਾਂਗੇ। ਡਿਸਕ੍ਰਾਈਬ ਅ ਬੁੱਕ that you have read so many times. Thank you so much for watching. Please subscribe and hit the like button if you like this video. Thank you.